ਜਿਨ ਮਨ ਪ੍ਰੀਤ ਲੱਗੀ ਹਰ ਕੇਰੀ, ਤਿਨ ਧੁਰ ਭਾਗ ਪੁਰਾਨਾ। ਇਸ ਪਾਵਨ ਪੰਕਤੀ ਦੇ ਵਿੱਚ ਗੁਰੂ ਪਾਤਸ਼ਾਹ ਨੇ ਸਾਨੂੰ ਆਖਿਆ ਏ, ਸਾਨੂੰ ਜੋ ਵੀ ਕੁਝ ਮਿਲਦਾ ਏ ਨਾ, ਉਹ ਭਾਗਾਂ ਦੇ ਮੁਤਾਬਕ ਹੀ ਸਾਨੂੰ ਮਿਲਦਾ ਏ। ਸਾਡੇ ਜਿਸ ਤਰ੍ਹਾਂ ਦੇ ਭਾਗ ਹੋਣਗੇ, ਜਿਸ ਤਰ੍ਹਾਂ ਦੇ ਭਾਗ ਅਸੀਂ ਬਣਾਏ ਹਨ, ਉਹਨਾਂ ਭਾਗਾਂ ਦੇ ਮੁਤਾਬਕ, ਕਰਮਾਂ ਦੇ ਮੁਤਾਬਕ ਹੀ ਸਾਨੂੰ ਸਾਰਾ ਕੁਝ ਮਿਲਦਾ ਹੈ। ਸਾਰਾ ਕੁਝ। ਗੁਰੂ ਪਾਤਸ਼ਾਹ ਸ਼ਬਦ ਹਜ਼ਾਰੇ ਸਾਹਿਬ ਦੀ ਬਾਣੀ ਵਿੱਚ ਵੀ ਸਾਨੂੰ ਆਖਦੇ ਹਨ, ਵਿਣ ਕਰਮਾ ਕਿਛ ਪਾਈਐ ਨਾਹੀ, ਜੇ ਬਹੁ ਤੇਰਾ ਧਾਵੈ। ਸਤਿਗੁਰੂ ਆਖਦੇ ਹਨ, ਵੇਖੋ ਤੁਹਾਡੇ ਜਿਸ ਤਰ੍ਹਾਂ ਦੇ ਭਾਗ ਹਨ, ਜਿਸ ਤਰ੍ਹਾਂ ਦੇ ਤੁਹਾਡੇ ਕਰਮ ਹਨ, ਤੁਹਾਨੂੰ ਕਰਮਾਂ ਦੇ ਮੁਤਾਬਕ ਹੀ ਸਾਰਾ ਕੁਝ ਮਿਲੇਗਾ। ਕਰਮਾਂ ਦੇ ਮੁਤਾਬਕ। ਸਾਡਾ ਜਿੰਨਾ ਕੁ ਭਾਂਡਾ ਹੈ, ਉਸ ਭਾਂਡੇ ਵਿੱਚ ਓਨਾ ਹੀ ਪਾਣੀ ਪਵੇਗਾ। ਇੱਕ ਘੜਾ ਲੈ ਕੇ ਜੇ ਆਪਾਂ ਟੈਂਕੀ ਤੇ ਚੜ੍ਹ ਜਾਈਏ ਤੇ ਟੈਂਕੀ ਦਾ ਜਿਹੜਾ ਪਾਣੀ ਹੈ, ਟੈਂਕੀ ਦਾ ਜਿਹੜਾ ਪਾਣੀ, ਉਹਦੇ ਵਿੱਚੋਂ ਆਪਾਂ ਪਾਣੀ ਭਰਨਾ ਹੈ। ਟੈਂਕੀ ਵੱਡੀ ਹੈ, ਹੁਣ ਸਾਰੀ ਟੈਂਕੀ ਜਿਹੜੀ ਹੈ ਪਾਣੀ ਦੀ, ਉਹ ਘੜੇ ਵਿੱਚ ਨਹੀਂ ਆਵੇਗੀ। ਹੁਣ ਘੜਾ ਛੋਟਾ ਏ, ਜਿੰਨਾ ਕੁ ਸਾਡਾ ਭਾਂਡਾ ਏ, ਉਸ ਭਾਂਡੇ ਵਿੱਚ ਓਨਾ ਪਾਣੀ ਆਵੇਗਾ। ਹੁਣ ਜੇ ਕੋਈ ਘੜਾ ਲੈ ਕੇ ਸਮੁੰਦਰ ਦੇ ਲਾਗੇ ਚਲਾ ਜਾਵੇ, ਦਰਿਆ ਦੇ ਕੋਲ ਜਾਵੇ ਤੇ ਆਖੇ ਕਿ ਮੈਂ ਸਾਰਾ ਦਰਿਆ ਭਾਂਡੇ ਵਿੱਚ ਭਰਨਾ ਏ, ਘੜੇ ਵਿੱਚ ਪਾਉਣਾ ਏ, ਤੇ ਕਦੀ ਵੀ ਨਹੀਂ ਪਵੇਗਾ। ਭਾਂਡੇ ਦੇ ਵਿੱਚ, ਘੜੇ ਵਿੱਚ ਓਨਾ ਪਾਣੀ ਪਵੇਗਾ ਜਿੰਨਾ ਘੜੇ ਦਾ ਦਾਰਾ ਏ, ਜਿੰਨਾ ਦਾਰਾ ਏ। ਉਸ ਤੋਂ ਵੱਧ ਭਾਂਡੇ ਵਿੱਚ, ਘੜੇ ਵਿੱਚ ਕੁਝ ਪੈ ਨਹੀਂ ਸਕਦਾ, ਕੁਝ ਨਹੀਂ ਪਵੇਗਾ। ਇਸ ਲਈ ਅਸੀਂ ਕਿੰਨੇ ਯਤਨ ਕਰਦੇ ਹਾਂ। ਵਿਣ ਕਰਮਾ ਕਿਛ ਪਾਈਐ ਨਾਹੀ, ਜੇ ਬਹੁ ਤੇਰਾ ਧਾਵੈ। ਅਸੀਂ ਕਿੰਨਾ ਯਤਨ ਕਰਦੇ ਹਾਂ, ਕਿੰਨੀ ਭੱਜ ਦੌੜ ਕਰਦੇ ਹਾਂ, ਕਿੰਨੀ ਮਿਹਨਤ ਕਰਦੇ ਹਾਂ, ਮਿਲਦਾ ਫਿਰ ਵੀ ਸਾਨੂੰ ਉਹੀ ਕੁਝ ਹੈ ਜੋ ਸਾਡੇ ਭਾਗਾਂ ਵਿੱਚ ਤੇ ਸਾਡੇ ਕਰਮਾਂ ਦੇ ਵਿੱਚ ਲਿਖਿਆ ਗਿਆ। ਹੁਣ ਭਾਗ ਕੀ ਹਨ? ਇੱਥੇ ਸਵਾਲ ਇਹ ਹੈ ਕਿ ਭਾਗ ਕਿਹਨੂੰ ਆਖਦੇ ਹਨ? ਭਾਗ ਬਣੇ ਕਿਸ ਤਰ੍ਹਾਂ? ਵੇਖੋ, ਭਾਗ ਇਹ ਹੁੰਦੇ ਹਨ ਕਿ ਸਾਡਾ ਜਿਹੜਾ ਪਿਛਲਾ ਜਨਮ ਸੀ, ਪਿਛਲੇ ਜਨਮ ਦੇ ਵਿੱਚ ਅਸੀਂ ਜੋ ਕੁਝ ਕਮਾਇਆ, ਖਟਿਆ, ਸਾਡਾ ਜਿਸ ਤਰ੍ਹਾਂ ਦਾ ਸੁਭਾਅ ਰਿਹਾ, ਆਚਰਨ ਰਿਹਾ, ਜਿਸ ਤਰ੍ਹਾਂ ਦਾ ਸਾਡਾ, ਜਿਸ ਤਰ੍ਹਾਂ ਦਾ ਤੌਰ ਤਰੀਕਾ ਰਿਹਾ, ਉਸੇ ਤਰ੍ਹਾਂ ਦੇ ਸਾਡੇ ਭਾਗ ਬਣਾਏ ਗਏ ਤੇ ਅਸੀਂ ਇਸ ਜਨਮ ਦੇ ਵਿੱਚ ਪਿਛਲੇ ਜਨਮਾਂ ਦਾ ਫਲ ਭੋਗ ਰਹੇ ਹਾਂ। ਇਹਨੂੰ ਭਾਗ ਆਖਿਆ ਜਾਂਦਾ ਹੈ। ਜੋ ਸਾਡੇ ਪਿਛਲੇ ਜਨਮ ਸੀ, ਜੋ ਅਸੀਂ ਕੀਤਾ ਹੈ, ਜਿੰਨਾ ਵੀ ਪੁਰਸ਼ਾਰਥ ਅਸੀਂ ਕੀਤਾ ਹੈ ਪਿਛਲੇ ਜਨਮਾਂ ਵਿੱਚ, ਉਹਦੇ ਮੁਤਾਬਕ ਹੀ ਅਸੀਂ ਜੋ ਅੱਜ ਭੋਗ ਰਹੇ ਹਾਂ, ਜੋ ਅਸੀਂ ਭੋਗਦੇ ਹਾਂ, ਨੂੰ ਆਖਿਆ ਜਾਂਦਾ ਹੈ ਭਾਗ। ਕਿ ਤੇਰੇ ਭਾਗਾਂ ਵਿੱਚ ਇਹੀ ਕੁਝ ਲਿਖਿਆ ਹੈ। ਇਸ ਤੋਂ ਵੀ ਜੇ ਇੱਕ ਜਨਮ ਹੋਰ ਪਿੱਛੇ ਚਲੇ ਜਾਈਏ, ਉਹਦੇ ਵਿੱਚ ਜੋ ਕੁਝ ਕਮਾਇਆ ਸੀ, ਜੋ ਕੁਝ ਅਸੀਂ ਕੀਤਾ ਸੀ ਆਪਣੇ ਸੁਭਾਅ ਦੇ ਮੁਤਾਬਕ, ਉਹ ਸਾਨੂੰ ਜਨਮ ਦੇ ਵਿੱਚ ਭੋਗਣਾ ਪੈਂਦਾ ਹੈ, ਅਗਲੇ ਜਨਮ ਦੇ। ਇਸ ਲਈ ਆਪਾਂ ਕਿੰਨਾ ਵੀ ਯਤਨ ਕਰਦੇ ਹਾਂ ਨਾ, ਸਾਨੂੰ ਮਿਲਦਾ ਉਹੀ ਕੁਝ ਹੈ ਜੋ ਸਾਡੇ ਪਿਛਲੇ ਕਰਮਾਂ ਦੇ ਮੁਤਾਬਕ ਲਿਖਿਆ ਗਿਆ ਹੈ, ਲਿਖਿਆ ਗਿਆ। ਇਸ ਲਈ ਸਾਡੇ ਜਿਹੜੇ ਕਰਮ ਹਨ ਨਾ, ਸੰਚਿਤ ਕਰਮ, ਸਾਡੇ ਭਾਗ, ਕਰਮ ਤਿੰਨ ਤਰ੍ਹਾਂ ਦੇ ਹੁੰਦੇ ਹਨ, ਕਿਰਿਆਮਾਨ, ਸੰਚਿਤ ਅਤੇ ਪ੍ਰਾਰਬਧ। ਕਿਰਿਆਮਾਨ ਕਰਮ ਜੋ ਅਸੀਂ ਕੀਤੇ,
ਜੋ ਅਸੀਂ ਪੂਰਬਲੇ ਪਿਛਲੇ ਜਨਮਾਂ ਵਿੱਚ ਕੀਤੇ ਕਰਮ, ਜੋ ਅਸੀਂ ਚੰਗਾ ਕੀਤਾ ਜਾਂ ਕੋਈ ਮਾੜਾ ਕੀਤਾ, ਉਹ ਜਿਹੜੇ ਕਰਮ ਸੀ ਅਸੀਂ ਕੀਤੇ ਤੇ ਉਹ ਜਿਹੜੇ ਕਰਮ ਸੀ ਉਹ ਪਰਮੇਸ਼ਰ ਦੇ ਕੋਲ ਜਮ੍ਹਾਂ ਹੋ ਗਏ। ਸੰਚਿਤ ਆਖਦੇ ਹਨ ਜਮ੍ਹਾਂ ਹੋ ਜਾਣ। ਉਹ ਸਾਡੇ ਕਰਮਾਂ ਦਾ ਜਿੰਨਾ ਵੀ ਹਿਸਾਬ ਕਿਤਾਬ ਸੀ ਉਹ ਪਰਮੇਸ਼ਰ ਦੇ ਕੋਲ ਜਮ੍ਹਾਂ ਹੋ ਜਾਂਦਾ, ਸੰਚਿਤ ਹੋ ਜਾਂਦਾ। ਫਿਰ ਪਰਮੇਸ਼ਰ ਸਾਡੇ ਕਰਮ ਵੇਖਦਾ ਹੈ, ਕਰਮਾਂ ਦੇ ਮੁਤਾਬਕ ਹੀ ਸਾਨੂੰ ਫਿਰ ਫਲ ਦਿੰਦਾ ਹੈ। ਜੋ ਅਸੀਂ ਫਲ ਭੋਗਦੇ ਹਾਂ ਉਹਨੂੰ ਆਖਦੇ ਹਨ ਪਰਾਰਬਧ। ਪਰਾਰਬਧ ਅਸੀਂ ਭੋਗਦੇ ਪਏ ਹਾਂ। ਪਰ ਪਰਮੇਸ਼ਰ ਨੇ ਸਾਨੂੰ ਇੱਕ ਦਾਤ ਹੋਰ ਦਿੱਤੀ ਹੈ। ਅਸੀਂ ਜੋ ਪਿਛਲੇ ਕਰਮ ਕੀਤੇ ਉਹਨਾਂ ਦਾ ਫਲ ਅਸੀਂ ਇਸ ਜਨਮ ਦੇ ਵਿੱਚ ਭੋਗਦੇ ਪਏ ਹਾਂ, ਪਰ ਇਸ ਜਨਮ ਦੇ ਵਿੱਚ ਅਸੀਂ ਨਵੇਂ ਕਰਮ ਵੀ ਕਰ ਸਕਦੇ ਹਾਂ। ਨਵੇਂ ਕਰਮ, ਇੱਕ ਤੇ ਪੁਰਾਣਾ ਭੋਗ ਰਹੇ ਹਾਂ ਤੇ ਨਵੇਂ ਕਰਮ ਵੀ ਨਵੇਂ ਕਰਮ ਵੀ ਅਸੀਂ ਬਣਾਉਂਦੇ ਪਏ ਹਾਂ, ਨਵੇਂ ਕਰਮ ਵੀ ਅਸੀਂ ਬਣਾ ਸਕਦੇ ਹਾਂ। ਇਸ ਲਈ ਜੇ ਅਸੀਂ ਆਖੀਏ ਕਿ ਸਾਨੂੰ ਉਹੀ ਕੁਝ ਮਿਲੇਗਾ ਜੋ ਸਾਡੇ ਪਿਛਲੇ ਕਰਮ ਹਨ, ਫਿਰ ਇਹ ਜਿਹੜੀ ਵਿਚਾਰ ਹੈ ਨਾ ਸਾਡੀ, ਇਹ ਗਲਤ ਹੋ ਜਾਂਦੀ ਹੈ। ਇਸ ਲਈ ਅਸੀਂ ਪੁਰਸ਼ਾਰਥ ਕਰਨਾ ਹੈ। ਪੁਰਸ਼ਾਰਥ ਆਖਦੇ ਹਨ ਕਿ ਨਵੇਂ ਕਰਮ ਜਿਹੜੇ ਬਣਾਉਣੇ ਹਨ ਉਹ ਚੰਗੇ ਬਣਾਉਣੇ ਹਨ। ਤੇ ਚੰਗਾ ਕਰਮ ਕਿਹੜਾ ਹੈ? ਸਭ ਤੋਂ ਸ੍ਰੇਸ਼ਟ ਕਰਮ, ਸਭ ਤੋਂ ਸ੍ਰੇਸ਼ਟ ਕਰਮ ਇਹੀ ਹੈ ਕਿ ਅਸੀਂ ਗੁਰੂ ਦੇ ਕੋਲ ਆ ਕੇ ਸਤ ਸੰਗ ਦੇ ਵਿੱਚ ਬੈਠੀਏ। ਜਦੋਂ ਅਸੀਂ ਸਤ ਸੰਗ ਦੇ ਵਿੱਚ ਆਵਾਂਗੇ ਨਾ, ਸਤਿਗੁਰ ਨੇ ਸਾਨੂੰ ਕੀ ਬਣਾ ਦੇਣਾ? ਸਿਆਣਾ। ਅੱਜ ਵੀ ਇਹੀ ਸਾਨੂੰ ਸ਼ਬਦ ਦਿੱਤਾ ਹੈ ਨਾ। ਗੁਰੂ ਸਾਹਿਬ ਨੇ ਆਖਿਆ ਜੀ ਮੈਂ ਮੂਰਖ ਹਾਂ ਤੇ ਮੈਨੂੰ ਸਿਆਣਾ ਬਣਾ ਲਓ। ਇੱਕ ਸਿੱਖ ਦੀ ਨਿਆਈ ਸਾਨੂੰ ਸਮਝਾ ਰਹੇ ਹਨ। ਅਸਲ ਵਿੱਚ ਗੁਰੂ ਸਾਹਿਬ ਸਾਨੂੰ ਇਹ ਆਖਦੇ ਹਨ ਕਿ ਭਾਈ ਆਪਣੇ ਸਤਿਗੁਰੂ ਦੇ ਕੋਲ ਆ ਕੇ ਨਾ, ਸਤ ਸੰਗ ਦੇ ਵਿੱਚ ਆ ਕੇ ਗੁਰੂ ਅੱਗੇ ਬੇਨਤੀ ਕਰੋ ਕਿ ਸਤਿਗੁਰੂ ਮੇਰਾ ਸੁਭਾਅ ਹੈ ਮੂਰਖਾਂ ਵਾਲਾ ਤੇ ਮੈਨੂੰ ਸਿਆਣਾ ਬਣਾ ਦਿਓ। ਜਦੋਂ ਅਸੀਂ ਸਿਆਣੇ ਹੋ ਜਾਵਾਂਗੇ ਨਾ, ਸਤ ਸੰਗ ਦੇ ਵਿੱਚ ਜਦੋਂ ਆਵਾਂਗੇ, ਸਤਿਗੁਰੂ ਸਾਨੂੰ ਸਿਆਣੇ ਬਣਾ ਦੇਵੇਗਾ। ਫਿਰ ਅਸੀਂ ਚੰਗੇ ਕਰਮ ਕਰਾਂਗੇ, ਫਿਰ ਅਸੀਂ ਮਾੜਾ ਕਰਮ ਨਹੀਂ ਕੋਈ ਕਰਾਂਗੇ, ਕਦੇ ਮਾੜਾ ਕਰਮ ਨਹੀਂ ਕਰਾਂਗੇ। ਇਸ ਲਈ ਜਦੋਂ ਇਸ ਜਨਮ ਦੇ ਵਿੱਚ ਚੰਗੇ ਕਰਮ ਕਰਾਂਗੇ ਤੇ ਸਾਡੇ ਜਿਹੜੇ ਭਾਗ ਹਨ ਉਹ ਵੀ ਚੰਗੇ ਲਿਖੇ ਜਾਣਗੇ, ਚੰਗੇ ਭਾਗ ਸਾਡੇ ਲਿਖੇ ਜਾਣਗੇ। ਇਸ ਲਈ ਵੇਖੋ ਸਾਨੂੰ ਇਹ ਮੌਕਾ ਦਿੱਤਾ ਹੈ ਮਨੁੱਖ ਨੂੰ। ਵੇਖੋ ਕਰਮ ਸਿਰਫ ਮਨੁੱਖ ਹੀ ਬਣਾ ਸਕਦਾ ਹੈ 84 ਲੱਖ ਜੂਨ ਵਿੱਚੋਂ, ਹੋਰ ਕੋਈ ਵੀ ਕਰਮ ਨਹੀਂ ਬਣਾ ਸਕਦਾ। ਇਹ ਅਧਿਕਾਰ ਸਿਰਫ ਮਨੁੱਖ ਨੂੰ ਹੀ ਮਿਲਿਆ ਹੈ। ਅਸੀਂ ਇਸ ਜਨਮ ਦੇ ਵਿੱਚ ਆ ਕੇ ਸਤ ਸੰਗ ਦੇ ਵਿੱਚ ਜੇ ਅਸੀਂ ਬੈਠਾਂਗੇ, ਚੰਗੀ ਅਸੀਂ ਮਿਹਨਤ ਕਰਾਂਗੇ, ਕਮਾਈ ਕਰਾਂਗੇ, ਪੁਰਸ਼ਾਰਥ ਕਰਾਂਗੇ, ਸਤਿਗੁਰ ਦਾ ਨਾਮ ਜਪਾਂਗੇ, ਸਤਿਗੁਰ ਦੀ ਬਾਣੀ ਪੜ੍ਹ ਕੇ, ਸਤਸੰਗ ਸੁਣ ਕੇ ਜੇ ਅਸੀਂ ਚੰਗਾ ਦਾਨ ਪੁੰਨ ਕਰਦੇ ਹਾਂ, ਪਰਉਪਕਾਰ ਕਰਦੇ ਹਾਂ, ਤਰਸ ਕਰਦੇ ਹਾਂ, ਦਇਆ ਵਾਲਾ ਸੁਭਾਅ ਰੱਖਦੇ ਹਾਂ, ਤੇ ਫਿਰ ਸਾਡੇ ਭਾਗ ਵੀ ਚੰਗੇ ਹੀ ਬਣਨਗੇ, ਚੰਗੇ ਸਾਡੇ ਭਾਗ ਬਣ ਜਾਣਗੇ। ਇਸ ਲਈ ਇਹਨੂੰ ਭਾਗ ਆਖਿਆ ਜਾਂਦਾ ਹੈ ਜੋ ਅਸੀਂ ਅੱਜ ਫਲ ਭੋਗਦੇ ਪਏ ਹਾਂ। ਤੇ ਸਾਡੇ ਭਾਗਾਂ ਦੇ ਵਿੱਚ ਜੋ ਕੁਝ ਲਿਖਿਆ ਏ ਇਹ ਪਿਛਲੇ ਕਰਮਾਂ ਦੇ ਮੁਤਾਬਕ। ਇਸ ਲਈ ਭਾਈ ਧੰਨ ਗੁਰੂ ਗੁਰਦੇਵ ਪਿਤਾ ਸੱਚੇ ਪਾਤਸ਼ਾਹ ਸਾਨੂੰ ਵਾਰ-ਵਾਰ ਤਾਈਓ ਤੇ ਤਾੜਨਾ ਕਰਦੇ ਹਨ, ਸਮਝਾਉਂਦੇ ਹਨ ਕਿ ਭਾਈ ਚੰਗੇ ਕਰਮ ਕਰੋ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਜੇ ਤੁਸੀਂ ਚੰਗੇ ਕਰਮ ਕਰੋਗੇ ਤੇ ਤੁਹਾਡੇ ਜਿਹੜੇ ਭਾਗ ਹਨ ਉਹ ਚੰਗੇ ਲਿਖੇ ਜਾਣਗੇ, ਚੰਗੇ ਲਿਖੇ ਜਾਣਗੇ। ਸਾਨੂੰ ਜੋ ਵੀ ਕੁਝ ਮਿਲਦਾ ਹੈ ਨਾ ਉਹ ਪੂਰਬਲੇ ਜਨਮਾਂ ਕਰਕੇ ਹੀ ਮਿਲਦਾ ਪਿਆ ਏ। ਇੱਕ
ਦਿਵਯ ਦਾਸ ਨਾਮ ਦਾ ਇੱਕ ਪੰਡਤ ਹੋਇਆ ਏ। ਦਿਵਯ ਦਾਸ, ਇਹਨੇ ਆਪਣੀ ਲੜਕੀ ਦੇ ਕਈ ਵਿਆਹ ਕੀਤੇ। ਜਦੋਂ ਇਹਦਾ ਵਿਆਹ ਹੁੰਦਾ, 1 ਜਾਂ 2 ਮਹੀਨਿਆਂ ਪਿੱਛੋਂ ਇਹਦਾ ਘਰ ਵਾਲਾ ਮਰ ਜਾਂਦਾ ਸੀ। ਦਿਵਯ ਦਾਸ ਦੀ ਜਿਹੜੀ ਲੜਕੀ, ਇਹਨੇ ਕਾਫੀ ਵਿਆਹ ਕਰਾ ਲਏ। ਜਿਹਦੇ ਨਾਲ ਵਿਆਹ ਕਰਾਵੇ 1 ਮਹੀਨਾ ਕੱਢੇ, 1.5 ਮਹੀਨਾ ਕੱਢੇ, ਘਰ ਵਾਲੇ ਦੀ ਮੌਤ ਹੋ ਜਾਇਆ ਕਰੇ। ਕਿਸੇ ਮਹਾਂਪੁਰਖ ਦਾ ਸੰਗ ਮਿਲਿਆ, ਉਹਨਾਂ ਆਖਿਆ ਕਿ ਭਾਈ ਵੇਖੋ, ਇਹ ਤੇਰੀ ਜਿਹੜੀ ਲੜਕੀ ਹੈ ਨਾ, ਇਹਦਾ ਅਸੀਂ ਪਿਛਲਾ ਜਨਮ ਵੇਖ ਸਕਦੇ ਹਾਂ। ਪਿਛਲੇ ਜਨਮ ਦੇ ਵਿੱਚ ਤੇਰੀ ਲੜਕੀ ਦਾ ਜਿਹੜਾ ਸੁਭਾਅ ਸੀ ਨਾ, ਆਚਰਣ, ਇਹਦੀਆਂ ਜਿਹੜੀਆਂ ਆਦਤਾਂ ਸਨ, ਉਹ ਚੰਗੀਆਂ ਨਹੀਂ ਸਨ। ਇਹ ਆਪ ਤੇ ਖਰਾਬ ਸੀ, ਮਾੜੇ ਸੁਭਾਅ ਵਾਲੀ ਸੀ, ਮਾੜਾ ਇਹਦਾ ਆਚਰਣ ਸੀ। ਇਹਨੇ ਆਪਣੇ ਨਾਲ ਪਿੰਡ ਦੀਆਂ ਕਈ ਲੜਕੀਆਂ ਨੂੰ ਇਹਨੇ ਖਰਾਬ ਕਰ ਦਿੱਤਾ, ਜਿਸ ਕਰਕੇ ਇਹਨੂੰ ਸ਼ਰਾਪ ਮਿਲਿਆ ਹੈ। ਇਹਦੇ ਸਿਰ ਤੇ ਇਹ ਪਾਪਾਂ ਦਾ ਬੋਝ ਹੈ। ਇਸ ਲਈ ਇਸ ਜਨਮ ਦੇ ਵਿੱਚ ਇਹ ਜਦੋਂ ਵੀ ਕਿਸੇ ਨਾਲ ਵਿਆਹ ਕਰਦੀ ਹੈ, ਕਿਉਂਕਿ ਜਦੋਂ ਕਿਸੇ ਲੜਕੀ ਦਾ ਜਾਂ ਕਿਸੇ ਲੜਕੇ ਦਾ ਆਪਸ ਵਿੱਚ ਵਿਆਹ ਕੀਤਾ ਜਾਂਦਾ ਹੈ, ਫਿਰ ਦੋਵਾਂ ਦਾ ਦੁੱਖ ਸੁੱਖ ਇੱਕੋ ਹੀ ਹੋ ਜਾਂਦਾ ਹੈ ਨਾ, ਇੱਕੋ ਹੀ ਹੋ ਜਾਂਦਾ ਦੋਵਾਂ ਦਾ ਦੁੱਖ ਸੁੱਖ। ਇਸ ਲਈ ਉਹ ਮਾੜੇ ਕਰਮ ਤੇ ਸੀ ਦਿਵਯ ਦਾਸ ਦੀ ਲੜਕੀ ਦੇ, ਪਰ ਫਲ ਤੇ ਨਾਲ ਪਤੀ ਨੂੰ ਵੀ ਭੋਗਣਾ ਪੈਂਦਾ ਹੈ ਨਾ, ਉਹਨੂੰ ਵੀ ਨਾਲ ਫਲ ਭੋਗਣਾ ਪੈਂਦਾ ਸੀ। ਇਸ ਲਈ ਅਸੀਂ ਜੋ ਵੀ ਕੁਝ ਪਾਉਂਦੇ ਹਾਂ, ਜੋ ਵੀ ਕੁਝ ਸਾਨੂੰ ਮਿਲਦਾ ਪਿਆ ਹੈ, ਉਹ ਸਾਡੇ ਪਿਛਲੇ ਜਨਮਾਂ ਕਰਕੇ, ਸੰਸਕਾਰਾਂ ਕਰਕੇ ਹੀ ਸਾਨੂੰ ਮਿਲਦਾ ਹੈ। ਤੇ ਇਹ ਕਰਮ ਕਰਨ ਦੀ ਜਿਹੜੀ ਸ਼ਕਤੀ ਹੈ, ਇਹ ਜੋ ਜ਼ਿੰਮੇਵਾਰੀ ਹੈ, ਇਹ ਮਨੁੱਖ ਦੀ ਹੈ। ਤੇ ਇਹ ਜ਼ਿੰਮੇਵਾਰੀ ਸਾਨੂੰ ਪਰਮੇਸ਼ਰ ਨੇ ਦਿੱਤੀ ਹੈ ਕਿ ਕਰਮ ਭਾਈ ਤੂੰ ਕਰ ਸਕਦਾ ਹੈ। ਪਰਮੇਸ਼ਰ ਨੇ ਸਾਨੂੰ ਦਿੱਤਾ ਹੈ ਜਨਮ, ਉਹਨੇ ਸਾਨੂੰ ਬਣਾਇਆ ਹੈ, ਕਰਮ ਕਰਨ ਦੀ ਸ਼ਕਤੀ ਦਿੱਤੀ ਹੈ। ਅਸੀਂ ਹੁਣ ਚੰਗੇ ਕਰਮ ਕਰਨੇ ਹਨ, ਮਾੜੇ ਕਰਮ, ਇਹ ਸਾਡੇ ਤੇ ਡਿਪੈਂਡਡ ਹੈ। ਜਿੱਦਾਂ ਦੇ ਕਰਮ ਕਰਾਂਗੇ, ਸਾਡੇ ਉਸੇ ਤਰ੍ਹਾਂ ਦੇ ਭਾਗ